ਬੱਚਿਓ, ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਸਰਲ ਰੇਖਾ ਵਿੱਚ ਚੱਲਦਾ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਪੜ੍ਹ ਚੁੱਕੇ ਹਾਂ ਕਿ ਦਰਪਣ ਆਪਣੇ ਉੱਤੇ ਪੈਣ ਵਾਲੇ ਪ੍ਰਕਾਸ਼ ਦੀ ਦਿਸ਼ਾ ਨੂੰ ਬਦਲ ਦਿੰਦਾ ਹੈ। ਦਰਪਣ ਦੁਆਰਾ ਪ੍ਰਕਾਸ਼ ਦੀ ਦਿਸ਼ਾ ਦਾ ਇਹ ਪਰਿਵਰਤਨ ਪ੍ਰਕਾਸ਼ ਦਾ ਪਰਾਵਰਤਨ ਅਖਵਾਉਂਦਾ ਹੈ। ਉਦਾਹਰਨ ਵਜੋਂ ਸਟੇਨਲੈਸ ਸਟੀਲ ਦੀ ਚਮਕਦਾਰ ਪਲੇਟ ਜਾਂ ਸਟੀਲ ਦਾ ਚਮਕਦਾਰ ਚਮਚਾ ਪ੍ਰਕਾਸ਼ ਦੀ ਦਿਸ਼ਾ ਨੂੰ ਪਰਿਵਰਤਿਤ ਕਰ ਸਕਦਾ ਹੈ। ਪਾਣੀ ਦੀ ਸਤ੍ਹਾ ਵੀ ਦਰਪਣ ਵਾਂਗ ਕੰਮ ਕਰਦੀ ਹੈ ਅਤੇ ਪ੍ਰਕਾਸ਼ ਦੇ ਪਥ ਨੂੰ ਬਦਲ ਸਕਦੀ ਹੈ। ਆਓ ਇੱਕ ਕਿਰਿਆ ਕਰੀਏ। ਇੱਕ ਟਾਰਚ ਲਓ, ਉਸ ਦੇ ਸ਼ੀਸ਼ੇ ਨੂੰ ਕਾਲੇ ਰੰਗ ਦੇ ਚਾਰਟ ਪੇਪਰ ਦੇ ਟੁਕੜੇ ਨਾਲ ਢਕੋ, ਜਿਸ ਵਿੱਚ 3 ਝਿਰੀਆਂ ਬਣੀਆਂ ਹੋਣ। ਹੁਣ ਟਾਰਚ ਦੇ ਝਿਰੀਆਂ ਵਿੱਚੋਂ ਨਿਕਲਣ ਵਾਲੇ ਪ੍ਰਕਾਸ਼ ਦੇ ਕਿਰਨ ਪੁੰਜ ਨੂੰ ਦਰਪਣ ਤੇ ਪਾਓ। ਟਾਰਚ ਨੂੰ ਇਸ ਤਰ੍ਹਾਂ ਰੱਖੋ ਕਿ ਇਸ ਦਾ ਪ੍ਰਕਾਸ਼ ਬੋਰਡ ਤੇ ਲੱਗੇ ਚਾਰਟ ਪੇਪਰ ਦੇ ਨਾਲ ਦਿਖਾਈ ਦੇਵੇ। ਦਰਪਣ ਆਪਣੇ ਉੱਤੇ ਪੈਣ ਵਾਲੇ ਪ੍ਰਕਾਸ਼ ਦੀ ਦਿਸ਼ਾ ਪਰਿਵਰਤਿਤ ਕਰ ਦਿੰਦਾ ਹੈ। ਹੁਣ ਟਾਰਚ ਨੂੰ ਥੋੜਾ ਜਿਹਾ ਇੱਧਰ ਉੱਧਰ ਇਸ ਤਰ੍ਹਾਂ ਹਟਾਓ ਕਿ ਦਰਪਣ ਉੱਤੇ ਪ੍ਰਕਾਸ਼ ਪੈਂਦਾ ਰਹੇ। ਕੀ ਤੁਸੀਂ ਪਰਾਵਰਤਿਤ ਪ੍ਰਕਾਸ਼ ਦੀ ਦਿਸ਼ਾ ਵਿੱਚ ਕੋਈ ਪਰਿਵਰਤਨ ਵੇਖਦੇ ਹੋ? ਪਰਾਵਰਤਿਤ ਪ੍ਰਕਾਸ਼ ਦੀ ਦਿਸ਼ਾ ਦੇ ਨਾਲ ਦਰਪਣ ਵਿੱਚ ਵੇਖੋ। ਕੀ ਦਰਪਣ ਵਿੱਚ ਤੁਹਾਨੂੰ ਝਿਰੀਆਂ ਵਿਖਾਈ ਦਿੰਦੀਆਂ ਹਨ? ਬੱਚਿਓ, ਇਹ ਝਿਰੀਆਂ ਦਾ ਪ੍ਰਤੀਬਿੰਬ ਹੈ। ਇਹ ਕਿਰਿਆ ਦਿਖਾਉਂਦੀ ਹੈ ਕਿ ਪ੍ਰਕਾਸ਼ ਸਮਤਲ ਦਰਪਣ ਤੋਂ ਕਿਸ ਤਰ੍ਹਾਂ ਪਰਾਵਰਤਿਤ ਹੁੰਦਾ ਹੈ। ਆਓ ਬੱਚਿਓ, ਸਮਤਲ ਦਰਪਣ ਵਿੱਚ ਬਣਨ ਵਾਲੇ ਪ੍ਰਤੀਬਿੰਬ ਦੇ ਗੁਣਾਂ ਦੀ ਚਰਚਾ ਕਰੀਏ। ਇੱਕ ਸਮਤਲ ਦਰਪਣ ਦੇ ਸਾਹਮਣੇ ਇੱਕ ਪੈਨਸਿਲ ਨੂੰ ਦਰਪਣ ਵਿੱਚ ਦੇਖਣ ਦੀ ਕੋਸ਼ਿਸ਼ ਕਰੋ। ਇੰਜ ਲੱਗਦਾ ਹੈ ਜਿਵੇਂ ਇਸੇ ਪ੍ਰਕਾਰ ਦੀ ਪੈਨਸਿਲ ਦਰਪਣ ਦੇ ਪਿੱਛੇ ਰੱਖੀ ਹੋਈ ਹੋਵੇ। ਜਿਹੜੀ ਪੈਨਸਿਲ ਦਰਪਣ ਦੇ ਪਿੱਛੇ ਰੱਖੀ ਪ੍ਰਤੀਤ ਹੁੰਦੀ ਹੈ, ਦਰਪਣ ਦੁਆਰਾ ਬਣਾਇਆ ਗਿਆ ਪੈਨਸਿਲ ਦਾ ਪ੍ਰਤੀਬਿੰਬ ਹੈ। ਇੱਥੇ ਪੈਨਸਿਲ ਬਿੰਬ ਦੀ ਉਦਾਹਰਣ ਹੈ। ਹੁਣ ਪੈਨਸਿਲ ਨੂੰ ਦਰਪਣ ਦੇ ਸਾਹਮਣੇ ਵੱਖ-ਵੱਖ ਸਥਿਤੀਆਂ ਵਿੱਚ ਰੱਖੋ। ਹਰੇਕ ਹਾਲਤ ਵਿੱਚ ਪੈਨਸਿਲ ਦਾ ਪ੍ਰਤੀਬਿੰਬ ਸਿੱਧਾ ਹੈ। ਇਸ ਪ੍ਰਕਾਰ ਦੇ ਪ੍ਰਤੀਬਿੰਬ ਨੂੰ ਸਿੱਧਾ ਪ੍ਰਤੀਬਿੰਬ ਕਹਿੰਦੇ ਹਨ ਅਤੇ ਸਮਤਲ ਦਰਪਣ ਦੁਆਰਾ ਬਣਨ ਵਾਲਾ ਪ੍ਰਤੀਬਿੰਬ ਦਰਪਣ ਵਿੱਚ ਸਿੱਧਾ ਅਤੇ ਵਸਤੂ ਦੇ ਆਕਾਰ ਦੇ ਬਰਾਬਰ ਦਾ ਵਿਖਾਈ ਦਿੰਦਾ ਹੈ। ਪਰ ਬੱਚਿਓ, ਦਰਪਣ ਤੋਂ ਪ੍ਰਤੀਬਿੰਬ ਦੀ ਦੂਰੀ ਕਿੰਨੀ ਹੈ? ਇਹ ਜਾਣਨ ਲਈ ਆਓ ਇੱਕ ਕਿਰਿਆ ਕਰੀਏ। ਸ਼ਤਰੰਜ ਦਾ ਇੱਕ ਬੋਰਡ ਲਓ। ਇਸ ਚੈਸ ਬੋਰਡ ਦੇ ਮੱਧ ਵਿੱਚ ਇੱਕ ਸਮਤਲ ਦਰਪਣ ਨੂੰ ਖੜੇਦਾਰ ਰੱਖੋ। ਦਰਪਣ ਦੇ ਸਾਹਮਣੇ ਕਿੰਗ ਪੀਸ ਨੂੰ ਰੱਖੋ ਅਤੇ ਫਿਰ ਦਰਪਣ ਵਿੱਚ ਇਸ ਦੇ ਪ੍ਰਤੀਬਿੰਬ ਦੀ ਸਥਿਤੀ ਨੋਟ ਕਰੋ। ਫਿਰ ਕਿੰਗ ਪੀਸ ਦੀ ਸਥਿਤੀ ਨੂੰ ਬਦਲੋ। ਕੀ ਤੁਸੀਂ ਦਰਪਣ ਤੋਂ ਪ੍ਰਤੀਬਿੰਬ ਦੀ ਦੂਰੀ ਅਤੇ ਦਰਪਣ ਦੇ ਸਾਹਮਣੇ ਰੱਖੇ ਬਿੰਬ ਵਸਤੂ ਦੀ ਦੂਰੀ ਵਿੱਚ ਕੋਈ ਸੰਬੰਧ ਵੇਖਦੇ ਹੋ? ਬੱਚਿਓ, ਪ੍ਰਤੀਬਿੰਬ ਦਰਪਣ ਤੋਂ ਉਸ ਦੇ ਪਿੱਛੇ ਉਨੀ ਹੀ ਦੂਰੀ ਤੇ ਹੁੰਦਾ ਹੈ ਜਿੰਨੀ ਕਿ ਦਰਪਣ ਤੋਂ ਵਸਤੂ ਦੀ ਦੂਰੀ ਹੁੰਦੀ ਹੈ। ਆਓ ਇਸ ਦਾ ਇੱਕ ਹੋਰ ਗੁਣ ਜਾਣੀਏ। ਜਦੋਂ ਅਸੀਂ ਸਮਤਲ ਦਰਪਣ ਵਿੱਚ ਆਪਣਾ ਪ੍ਰਤੀਬਿੰਬ ਵੇਖਦੇ ਹਾਂ ਤਾਂ ਤੁਹਾਡੇ ਅਤੇ ਦਰਪਣ ਵਿੱਚ ਤੁਹਾਡੇ ਪ੍ਰਤੀਬਿੰਬ ਵਿੱਚ ਇੱਕ ਦਿਲਚਸਪ ਅੰਤਰ ਹੁੰਦਾ ਹੈ। ਆਓ ਇਸ ਬਾਰੇ ਪਤਾ ਕਰੀਏ। ਇੱਕ ਸਮਤਲ ਦਰਪਣ ਦੇ ਸਾਹਮਣੇ ਖੜੇ ਹੋ ਕੇ ਆਪਣੇ ਪ੍ਰਤੀਬਿੰਬ ਨੂੰ ਵੇਖੋ। ਆਪਣੇ ਸੱਜੇ ਹੱਥ ਨੂੰ ਉੱਪਰ ਚੁੱਕੋ। ਤੁਹਾਡਾ ਪ੍ਰਤੀਬਿੰਬ ਆਪਣਾ ਕਿਹੜਾ ਹੱਥ ਉੱਪਰ ਚੁੱਕਦਾ ਹੈ?
ਬੱਚਿਓ, ਅਸੀਂ ਵੇਖਦੇ ਹਾਂ ਕਿ ਪ੍ਰਤੀਬਿੰਬ ਵਿੱਚ ਸੱਜਾ ਖੱਬਾ ਵਿਖਾਈ ਦਿੰਦਾ ਹੈ ਅਤੇ ਖੱਬਾ ਸੱਜਾ ਵਿਖਾਈ ਦਿੰਦਾ ਹੈ। ਕੀ ਤੁਸੀਂ ਸਮਝ ਸਕਦੇ ਹੋ ਕਿ ਰੋਗੀ ਵਾਹਨਾਂ, ਜਿਨ੍ਹਾਂ ਨੂੰ ਅਸੀਂ ਐਂਬੂਲੈਂਸ ਕਹਿੰਦੇ ਹਾਂ, ਉੱਤੇ ਐਂਬੂਲੈਂਸ ਸ਼ਬਦ ਇਸ ਤਰ੍ਹਾਂ ਕਿਉਂ ਲਿਖਿਆ ਜਾਂਦਾ ਹੈ? ਜਦੋਂ ਰੋਗੀ ਵਾਹਨ ਦੇ ਅੱਗੇ ਜਾਣ ਵਾਲੇ ਵਾਹਨਾਂ ਦੇ ਚਾਲਕ ਪਿੱਛੇ ਦੇ ਦ੍ਰਿਸ਼ ਵੇਖਣ ਵਾਲੇ ਦਰਪਣ ਵਿੱਚ ਵੇਖਦੇ ਹਨ ਤਾਂ ਉਹ ਰੋਗੀ ਵਾਹਨ ਉੱਤੇ ਲਿਖੇ ਐਂਬੂਲੈਂਸ ਸ਼ਬਦ ਨੂੰ ਸਪਸ਼ਟ ਪੜ੍ਹ ਸਕਦੇ ਹਨ ਅਤੇ ਉਸ ਨੂੰ ਅੱਗੇ ਜਾਣ ਲਈ ਰਸਤਾ ਦਿੰਦੇ ਹਨ। ਇਸ ਲਈ ਬੱਚਿਓ, ਇਹ ਪ੍ਰਤੀਬਿੰਬ ਲੇਟਰਲੀ ਸ਼ਿਫਟਡ ਅਖਵਾਉਂਦੇ ਹਨ। ਸਾਨੂੰ ਇੱਕ ਅਵਤਲ ਦਰਪਣ ਅਤੇ ਕਾਗਜ਼ ਦੀ ਲੋੜ ਹੈ। ਕਾਗਜ਼ ਨੂੰ ਅਵਤਲ ਦਰਪਣ ਅੱਗੇ ਇਸ ਪ੍ਰਕਾਰ ਰੱਖੋ ਕਿ ਦਰਪਣ ਦੁਆਰਾ ਪਰਾਵਰਤਿਤ ਹੋਇਆ ਸੂਰਜੀ ਪ੍ਰਕਾਸ਼ ਪੁੰਜ ਕਾਗਜ਼ ਦੇ ਉੱਪਰ ਇੱਕ ਤਿੱਖੇ ਬਿੰਦੂ ਦੇ ਰੂਪ ਵਿੱਚ ਪ੍ਰਾਪਤ ਹੋ ਜਾਵੇ। ਭਾਵ ਸੂਰਜ ਤੋਂ ਆਉਣ ਵਾਲਾ ਪ੍ਰਕਾਸ਼ ਪੁੰਜ ਜਾਂ ਪ੍ਰਕਾਸ਼ ਦੀਆਂ ਕਿਰਨਾਂ ਜਾਂ ਬੀਮ ਆਫ ਲਾਈਟ ਦਰਪਣ ਦੁਆਰਾ ਇੱਕ ਤਿੱਖੇ ਚਮਕਦਾਰ ਬਿੰਦੂ ਦੇ ਰੂਪ ਵਿੱਚ ਕੇਂਦਰਿਤ ਹੋ ਜਾਂਦੀਆਂ ਹਨ। ਅਸਲ ਵਿੱਚ ਕਾਗਜ਼ ਉੱਪਰ ਇਹ ਪ੍ਰਕਾਸ਼ ਦਾ ਬਿੰਦੂ ਸੂਰਜ ਦਾ ਵਾਸਤਵਿਕ ਪ੍ਰਤੀਬਿੰਬ ਹੈ। ਇਹ ਬਿੰਦੂ ਅਵਤਲ ਦਰਪਣ ਦਾ ਫੋਕਸ ਵੀ ਕਿਹਾ ਜਾ ਸਕਦਾ ਹੈ। ਸੂਰਜ ਦੇ ਪ੍ਰਕਾਸ਼ ਦੇ ਕੇਂਦਰਨ ਤੋਂ ਉਤਪੰਨ ਤਾਪ ਦੇ ਕਾਰਨ ਕਾਗਜ਼ ਬਲਣ ਲੱਗ ਜਾਂਦਾ ਹੈ। ਇੱਕ ਉੱਤਲ ਲੈਂਸ ਲਓ। ਇਸ ਨੂੰ ਸੂਰਜ ਦੀਆਂ ਕਿਰਨਾਂ ਦੇ ਰਸਤੇ ਵਿੱਚ ਰੱਖੋ। ਦਿਖਾਏ ਅਨੁਸਾਰ ਇੱਕ ਪੱਤਾ ਰੱਖੋ। ਲੈਂਸ ਅਤੇ ਪੱਤੇ ਵਿਚਲੀ ਦੂਰੀ ਨੂੰ ਉਸ ਸਮੇਂ ਤੱਕ ਘਟਾਉਂਦੇ ਵਧਾਉਂਦੇ ਰਹੋ ਜਦੋਂ ਕਿ ਤੁਹਾਨੂੰ ਪੱਤੇ ਉੱਤੇ ਇੱਕ ਚਮਕਦਾਰ ਬਿੰਦੂ ਪ੍ਰਾਪਤ ਨਾ ਹੋ ਜਾਵੇ। ਇਸ ਸਥਿਤੀ ਵਿੱਚ ਲੈਂਸ ਅਤੇ ਪੱਤੇ ਨੂੰ ਕੁਝ ਮਿੰਟਾਂ ਲਈ ਸਥਿਰ ਰੱਖੋ। ਕੀ ਪੱਤਾ ਜਲਣਾ ਸ਼ੁਰੂ ਕਰ ਦਿੰਦਾ ਹੈ? ਪੱਤਾ ਜਲਣਾ ਇਸ ਲਈ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉੱਤਲ ਲੈਂਸ ਉਸ ਉੱਤੇ ਪੈਣ ਵਾਲੇ ਪ੍ਰਕਾਸ਼ ਨੂੰ ਇਕੱਠਾ ਕਰ ਦਿੰਦਾ ਹੈ। ਦਰਪਣਾਂ ਦੀ ਵੱਖ-ਵੱਖ ਸਥਿਤੀ ਤੇ ਬਣ ਰਹੇ ਪ੍ਰਤੀਬਿੰਬ ਨੂੰ ਦੇਖਣ ਲਈ ਜੋ ਸਾਨੂੰ ਸਮੱਗਰੀ ਦੀ ਜ਼ਰੂਰਤ ਹੈ ਉਹ ਹੈ ਦਰਪਣ ਸਟੈਂਡ, ਕੈਂਡਲ, ਉੱਤਲ ਦਰਪਣ ਅਤੇ ਅਵਤਲ ਦਰਪਣ। ਆਓ ਹੁਣ ਪਹਿਲਾਂ ਅਵਤਲ ਦਰਪਣ ਦੀ ਸਹਾਇਤਾ ਨਾਲ ਇੱਕ ਸਕਰੀਨ ਉੱਤੇ ਪ੍ਰਤੀਬਿੰਬਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਅਸੀਂ ਅਵਤਲ ਦਰਪਣ ਨੂੰ ਦਰਪਣ ਸਟੈਂਡ ਦੇ ਉੱਪਰ ਲਗਾ ਲੈਂਦੇ ਹਾਂ ਅਤੇ ਇੱਥੇ ਸਾਡੀ ਵਸਤੂ ਇੱਕ ਮੋਮਬੱਤੀ ਹੈ। ਮੋਮਬੱਤੀ ਨੂੰ ਅਸੀਂ ਵੱਖ-ਵੱਖ ਸਥਿਤੀਆਂ ਉੱਤੇ ਰੱਖ ਕੇ ਇਸ ਸਕਰੀਨ ਦੇ ਉੱਪਰ ਪ੍ਰਤੀਬਿੰਬ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਬੱਚਿਓ, ਇਸ ਦੇ ਲਈ ਸਾਨੂੰ ਇੱਕ ਹਨੇਰੇ ਕਮਰੇ ਦੀ ਜ਼ਰੂਰਤ ਹੋਏਗੀ। ਤੁਸੀਂ ਆਪਣੇ ਕਮਰੇ ਦੀਆਂ ਸਾਰੀਆਂ ਲਾਈਟਸ ਆਫ ਕਰ ਦਿਓ। ਹੁਣ ਬੱਚਿਓ, ਇਸ ਹਨੇਰੇ ਕਮਰੇ ਦੇ ਵਿੱਚ ਅਸੀਂ ਕੈਂਡਲ ਦਾ ਪ੍ਰਤੀਬਿੰਬ ਇਸ ਸਕਰੀਨ ਦੇ ਉੱਤੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਬੱਚਿਓ, ਜਿਵੇਂ ਜਿਵੇਂ ਅਸੀਂ ਮੋਮਬੱਤੀ ਨੂੰ ਮਿਰਰ ਦੇ ਨੇੜੇ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਸਕਰੀਨ ਦੇ ਉੱਤੇ ਇੱਕ ਪ੍ਰਤੀਬਿੰਬ ਪ੍ਰਾਪਤ ਹੁੰਦਾ ਹੈ। ਜਿਵੇਂ ਹੀ ਕੈਂਡਲ ਇੱਕ ਨਿਸ਼ਚਿਤ ਪੋਜੀਸ਼ਨ ਤੇ ਮਿਰਰ ਦੇ ਕੋਲ ਪਹੁੰਚੀ ਤਾਂ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਸਾਨੂੰ ਮੋਮਬੱਤੀ ਦੀ ਲਾਟ, ਉਸ ਦਾ ਪ੍ਰਤੀਬਿੰਬ ਕਿਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ? ਉਲਟਾ ਅਤੇ ਆਕਾਰ ਦੇ ਵਿੱਚ ਵਸਤੂ ਨਾਲੋਂ ਵੱਡਾ। ਸੋ ਬੱਚਿਓ, ਅਵਤਲ ਦਰਪਣ ਦੇ ਵਿੱਚ ਸਾਨੂੰ ਵਸਤੂ ਦਾ ਪ੍ਰਤੀਬਿੰਬ ਇਸ ਤਰ੍ਹਾਂ ਦਾ ਪ੍ਰਾਪਤ ਹੁੰਦਾ ਹੈ ਜੋ ਵਸਤੂ ਨਾਲੋਂ ਆਕਾਰ ਦੇ ਵਿੱਚ ਵੱਡਾ ਹੋਵੇ ਅਤੇ ਉਲਟਾ ਹੋਵੇ। ਅਤੇ ਬੱਚਿਓ, ਇਹ ਪ੍ਰਤੀਬਿੰਬ ਹਮੇਸ਼ਾ ਵਾਸਤਵਿਕ ਭਾਵ ਰੀਅਲ ਇਮੇਜ ਬਣਦੀ ਹੈ ਕਿਉਂਕਿ ਅਸੀਂ ਇਸ ਨੂੰ ਇੱਕ ਪਰਦੇ ਦੇ ਉੱਤੇ ਪ੍ਰਾਪਤ ਕਰ ਸਕਦੇ ਹਾਂ। ਆਓ ਬੱਚਿਓ, ਹੁਣ ਅਵਤਲ ਦਰਪਣ ਦੀ ਤਰ੍ਹਾਂ ਹੀ ਅਸੀਂ ਉੱਤਲ ਲੈਂਸ ਨਾਲ ਵਸਤੂ ਦੀ ਵੱਖ-ਵੱਖ ਸਥਿਤੀਆਂ ਤੇ ਪ੍ਰਤੀਬਿੰਬ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਲਈ ਵੀ ਸਾਨੂੰ
ਉਹੀ ਸਮੱਗਰੀ ਯਾਨੀ ਕਿ ਲੈਂਸ ਸਟੈਂਡ, ਉੱਤਲ ਲੈਂਸ ਜਾਂ ਕਨਵੈਕਸ ਲੈਂਸ, ਇੱਕ ਕੈਂਡਲ ਜਿਸ ਨੂੰ ਅਸੀਂ ਵਸਤੂ ਵਜੋਂ ਵਰਤਾਂਗੇ ਅਤੇ ਇੱਕ ਸਕਰੀਨ ਜਿਸ ਦੇ ਉੱਤੇ ਅਸੀਂ ਪ੍ਰਤੀਬਿੰਬ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਹਨੇਰੇ ਕਮਰੇ ਦੇ ਵਿੱਚ ਤੁਸੀਂ ਲੈਂਸ ਸਟੈਂਡ ਦੇ ਉੱਤੇ ਉੱਤਲ ਲੈਂਸ ਨੂੰ ਰੱਖ ਕੇ ਮੋਮਬੱਤੀ ਨੂੰ ਵੱਖ-ਵੱਖ ਸਥਿਤੀਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਸਕਰੀਨ ਦੇ ਉੱਤੇ ਕਿਹੋ ਜਿਹਾ ਪ੍ਰਤੀਬਿੰਬ ਪ੍ਰਾਪਤ ਹੁੰਦਾ ਹੈ। ਸੋ ਬੱਚਿਓ, ਅਸੀਂ ਦੇਖ ਰਹੇ ਹਾਂ ਕਿ ਜਿਵੇਂ-ਜਿਵੇਂ ਮੋਮਬੱਤੀ ਕਨਵੈਕਸ ਲੈਂਸ ਤੋਂ ਇੱਕ ਨਿਸ਼ਚਿਤ ਦੂਰੀ ਤੇ ਜਾ ਰਹੀ ਹੈ ਤਾਂ ਸਾਨੂੰ ਸਕਰੀਨ ਦੇ ਉੱਤੇ ਇੱਕ ਤਿੱਖਾ ਪ੍ਰਤੀਬਿੰਬ ਪ੍ਰਾਪਤ ਹੋ ਰਿਹਾ ਹੈ। ਇਹ ਪ੍ਰਤੀਬਿੰਬ ਮੋਮਬੱਤੀ ਦੀ ਲਾਟ ਦਾ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਉਲਟਾ ਹੈ ਅਤੇ ਮੋਮਬੱਤੀ ਦੀ ਵਸਤੂ ਵਾਲੀ ਆਕਾਰ ਤੋਂ ਥੋੜਾ ਛੋਟਾ ਹੈ। ਦੇਖੋ ਬੱਚਿਓ ਧਿਆਨ ਨਾਲ, ਤੁਸੀਂ ਜਿਵੇਂ-ਜਿਵੇਂ ਮੋਮਬੱਤੀ ਨੂੰ ਇਸ ਦੇ ਨੇੜੇ ਲੈ ਕੇ ਆਓਗੇ ਇਹ ਫੈਲਦਾ ਜਾਂਦਾ ਹੈ ਅਤੇ ਜਿਵੇਂ-ਜਿਵੇਂ ਅਸੀਂ ਇਸ ਨੂੰ ਲੈਂਸ ਤੋਂ ਦੂਰ ਲੈ ਕੇ ਜਾਵਾਂਗੇ ਵਸਤੂ ਨੂੰ ਤਾਂ ਸਾਡੇ ਕੋਲੇ ਇੱਕ ਤਿੱਖਾ ਲਾਟ ਦਾ ਪ੍ਰਤੀਬਿੰਬ ਪ੍ਰਾਪਤ ਹੁੰਦਾ ਹੈ ਜੋ ਕਿ ਵਸਤੂ ਨਾਲੋਂ ਛੋਟਾ ਹੈ ਅਤੇ ਉਲਟਾ ਹੈ। ਕਿਉਂਕਿ ਬੱਚਿਓ ਇਹ ਅਸੀਂ ਪ੍ਰਤੀਬਿੰਬ ਸਕਰੀਨ ਦੇ ਉੱਤੇ ਪ੍ਰਾਪਤ ਕਰ ਲਿਆ ਹੈ, ਇਸ ਲਈ ਇਸ ਪ੍ਰਤੀਬਿੰਬ ਨੂੰ ਵੀ ਅਵਤਲ ਦਰਪਣ ਦੀ ਤਰ੍ਹਾਂ ਹੀ ਅਸੀਂ ਵਾਸਤਵਿਕ ਪ੍ਰਤੀਬਿੰਬ ਕਹਾਂਗੇ। ਸੋ ਇਸ ਤੋਂ ਅਸੀਂ ਇਹ ਰਿਜ਼ਲਟ ਕੱਢਿਆ ਕਿ ਅਵਤਲ ਦਰਪਣ ਅਤੇ ਉੱਤਲ ਲੈਂਸ ਦੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹ ਪ੍ਰਤੀਬਿੰਬ ਬਣਾਉਣ ਦੀਆਂ ਸੇਮ ਹੁੰਦੀਆਂ ਨੇ। ਦੋਵਾਂ ਦੇ ਵਿੱਚ ਹੀ ਪ੍ਰਤੀਬਿੰਬ ਉਲਟਾ ਵਾਸਤਵਿਕ ਬਣਦਾ ਹੈ। ਉੱਤਲ ਦਰਪਣ ਦੇ ਵਿੱਚ, ਉੱਤਲ ਲੈਂਸ ਦੇ ਵਿੱਚ ਪ੍ਰਤੀਬਿੰਬ ਛੋਟਾ ਬਣਦਾ ਹੈ ਅਤੇ ਅਵਤਲ ਦਰਪਣ ਦੇ ਵਿੱਚ ਪ੍ਰਤੀਬਿੰਬ ਦਾ ਆਕਾਰ ਵਸਤੂ ਨਾਲੋਂ ਵੱਡਾ ਹੁੰਦਾ ਹੈ। ਬੱਚਿਓ, ਤੁਸੀਂ ਆਕਾਸ਼ ਵਿੱਚ ਸਤਰੰਗੀ ਪੀਂਗ ਜ਼ਰੂਰ ਵੇਖੀ ਹੋਵੇਗੀ। ਸਤਰੰਗੀ ਪੀਂਗ ਅਕਸਰ ਵਰਖਾ ਦੇ ਬਾਅਦ ਵਿਖਾਈ ਦਿੰਦੀ ਹੈ ਜਦੋਂ ਸੂਰਜ ਆਕਾਸ਼ ਵਿੱਚ ਨੀਵਾਂ ਹੁੰਦਾ ਹੈ। ਸਤਰੰਗੀ ਪੀਂਗ ਵਿੱਚ 7 ਰੰਗ ਹੁੰਦੇ ਹਨ: ਲਾਲ, ਸੰਤਰੀ, ਪੀਲਾ, ਹਰਾ, ਨੀਲਾ, ਜਾਮਨੀ ਅਤੇ ਬੈਂਗਨੀ। ਇਸੇ ਤਰ੍ਹਾਂ ਪ੍ਰਕਾਸ਼ ਕਿਸੇ ਸੀਡੀ ਤੋਂ ਪਰਾਵਰਤਿਤ ਹੁੰਦਾ ਹੈ ਤਾਂ ਤੁਹਾਨੂੰ ਅਨੇਕ ਰੰਗ ਵਿਖਾਈ ਦਿੰਦੇ ਹਨ। ਇਹਨਾਂ ਸਾਰਿਆਂ ਅਨੁਭਵਾਂ ਦੇ ਆਧਾਰ ਤੇ ਕੀ ਅਸੀਂ ਕਹਿ ਸਕਦੇ ਹਾਂ ਕਿ ਸੂਰਜ ਦਾ ਪ੍ਰਕਾਸ਼ ਵੱਖ-ਵੱਖ ਰੰਗਾਂ ਦਾ ਮਿਸ਼ਰਣ ਹੈ? ਆਓ ਇਸ ਦੀ ਪੜਤਾਲ ਕਰੀਏ। ਕੱਚ ਦਾ ਇੱਕ ਪ੍ਰਿਜ਼ਮ ਲਓ। ਕਿਸੇ ਹਨੇਰੇ ਕਮਰੇ ਦੀ ਖਿੜਕੀ ਦੇ ਛੋਟੇ ਛੇਕ ਵਿੱਚੋਂ ਸੂਰਜ ਦੇ ਪ੍ਰਕਾਸ਼ ਦਾ ਇੱਕ ਪਤਲਾ ਕਿਰਨ ਪੁੰਜ ਪ੍ਰਿਜ਼ਮ ਦੇ ਇੱਕ ਪਾਸੇ ਤੇ ਪਾਓ। ਪ੍ਰਿਜ਼ਮ ਦੇ ਦੂਜੇ ਪਾਸੇ ਵਿੱਚੋਂ ਬਾਹਰ ਨਿਕਲਣ ਵਾਲੇ ਪ੍ਰਕਾਸ਼ ਨੂੰ ਸਫੇਦ ਕਾਗਜ਼ ਦੀ ਇੱਕ ਸ਼ੀਟ ਜਾਂ ਸਫੇਦ ਦੀਵਾਰ ਉੱਤੇ ਪੈਣ ਦਿਓ। ਤੁਸੀਂ ਸਤਰੰਗੀ ਪੀਂਗ ਵਰਗੇ ਹੀ ਰੰਗ ਇੱਥੇ ਵੀ ਵੇਖੋਗੇ। ਇਹ ਦਰਸਾਉਂਦਾ ਹੈ ਕਿ ਸੂਰਜ ਦੇ ਪ੍ਰਕਾਸ਼ ਵਿੱਚ 7 ਰੰਗ ਮੌਜੂਦ ਹਨ। ਅਜਿਹੇ ਪ੍ਰਕਾਸ਼ ਨੂੰ ਸਫੇਦ ਪ੍ਰਕਾਸ਼ ਵੀ ਕਹਿੰਦੇ ਹਨ। ਬੱਚਿਓ, ਕੀ ਅਸੀਂ ਇਹਨਾਂ 7 ਰੰਗਾਂ ਨੂੰ ਮਿਲਾ ਕੇ ਸਫੇਦ ਪ੍ਰਕਾਸ਼ ਪ੍ਰਾਪਤ ਕਰ ਸਕਦੇ ਹਾਂ? ਆਓ ਕੋਸ਼ਿਸ਼ ਕਰੀਏ। ਇੱਕ ਗੋਲਾਕਾਰ ਡਿਸਕ ਲਓ। ਇਸ ਡਿਸਕ ਨੂੰ 7 ਭਾਗਾਂ ਵਿੱਚ ਵੰਡ ਲਓ। ਡਿਸਕ ਦੇ ਕੇਂਦਰ ਉੱਤੇ ਇੱਕ ਛੋਟਾ ਛੇਕ ਬਣਾਓ। ਡਿਸਕ ਨੂੰ ਇੱਕ ਬਾਲ ਪੈਨ ਦੇ ਰੀਫਿਲ ਦੀ ਨੋਕ ਉੱਤੇ ਢਿੱਲਾ ਜਿਹਾ ਲਗਾਓ ਤਾਂ ਜੋ ਡਿਸਕ ਸੁਤੰਤਰਤਾ ਪੂਰਵਕ ਘੁੰਮ ਸਕੇ। ਡਿਸਕ ਨੂੰ ਦਿਨ ਦੇ ਪ੍ਰਕਾਸ਼ ਵਿੱਚ ਘੁਮਾਓ। ਜਦ ਡਿਸਕ ਤੇਜ਼ੀ ਨਾਲ ਘੁੰਮਦੀ ਹੈ ਤਾਂ ਰੰਗ ਆਪਸ ਵਿੱਚ ਮਿਲ ਜਾਂਦੇ ਹਨ ਅਤੇ ਡਿਸਕ ਸਫੇਦ ਜਿਹੀ ਦਿਸਦੀ ਹੈ। ਇਸ ਡਿਸਕ ਨੂੰ ਆਮ ਤੌਰ ਤੇ ਨਿਊਟਨ ਡਿਸਕ ਆਖਦੇ ਹਨ।